ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 21ਵੀਂ ਤੇ ਪਦ 6ਵਾਂ ਵਿਚਾਰਨ ਜਾ ਰਹੇ ਹਾਂ। ਅਕਸਰ ਬੇਨਤੀ ਕਰਦੇ ਹਾਂ ਕਿ ਇਨਸਾਨ ਕੋਈ ਵੀ ਇੰਨਾ ਸਿਆਣਾ ਨਹੀਂ, ਇੰਨਾ ਅਕਲ ਵਾਲਾ ਨਹੀਂ ਜਿਹੜਾ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀਆਂ ਰਮਜ਼ਾਂ ਸਮਝ ਸਕੇ। ਸੱਚੇ ਪਾਤਸ਼ਾਹ ਜਿੰਨੀ ਮਿਹਰ ਕਰਦੇ ਹਨ ਉਹਨਾਂ ਪ੍ਰਾਣੀ ਵਿਚਾਰ ਕਰਦਾ ਹੈ, ਸੁਣਦਾ ਹੈ ਤੇ ਬੋਲਦਾ ਹੈ। ਪ੍ਰਭੂ ਦੀ ਮਿਹਰ ਤੋਂ ਬਿਨਾਂ ਇਨਸਾਨ ਕੁਝ ਵੀ ਨਹੀਂ ਹੈ। ਜੋ ਕੁਝ ਵੀ ਕਰਦਾ ਹੈ ਪ੍ਰੀਤਮ ਪਿਆਰੇ ਦੇ ਆਸਰੇ ਨਾਲ ਹੀ ਕਰਦਾ ਹੈ। ਗੁਰੂ ਪਿਆਰਿਓ, ਸੁਖਮਣੀ ਸਾਹਿਬ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਸੱਚੇ ਪਾਤਸ਼ਾਹ ਨੇ 24 ਅਸ਼ਟਪਦੀਆਂ, ਇੱਕ ਅਸ਼ਟਪਦੀ ਦੇ 8 ਭਾਗ ਜਾਣੀ 8 ਪਦ, 24,000 ਅੱਖਰਾਂ ਦੀ ਵਰਤੋਂ ਕੀਤੀ ਹੈ। 24 ਘੰਟੇ ਹਨ। 24 ਘੰਟਿਆਂ ਦੇ ਵਿੱਚ 8 ਪਹਿਰ ਹਨ। ਜਿਸ ਤਰ੍ਹਾਂ 8 ਪਦ ਹਨ ਉਸ ਤਰ੍ਹਾਂ 8 ਪਹਿਰ ਹਨ। ਚੱਲ ਨੂੰ ਚੱਲ ਦੇ ਨਾਲ ਜੋੜਨ ਦੀ ਵਿਧੀ ਸਮਝਾਈ ਹੈ। ਇੱਕ ਪਾਸੇ ਚੱਲਣਹਾਰ ਮੁੱਕਣ ਵਾਲਾ ਸਮਾਂ ਹੈ ਤੇ ਇਨਸਾਨ ਹੈ। ਇਨਸਾਨ ਨੂੰ ਸਮੇਂ ਦੀ ਲੋੜ ਹੈ, ਆਵਸ਼ਕਤਾ ਹੈ। ਪ੍ਰਭੂ ਨੂੰ ਸਮੇਂ ਦੀ ਕੋਈ ਲੋੜ ਨਹੀਂ ਹੈ, ਟਾਈਮਲੈਸ ਹੈ। ਇਨਸਾਨ ਨੇ ਆਪਣੀ ਲੋੜ ਦੇ ਲਈ, ਆਪਣੇ ਜੀਵਨ ਨੂੰ ਮਾਪਣ ਦੇ ਲਈ ਸਮੇਂ ਦੀ ਘਾਟ ਘੜੀ ਹੈ। ਪ੍ਰਭੂ ਨੂੰ, ਅਮਰ ਨੂੰ, ਅਚਲ ਨੂੰ, ਅਮੁੱਕ ਨੂੰ ਸਮੇਂ ਦੀ ਭਲਾ ਕੀ ਲੋੜ ਹੋ ਸਕਦੀ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਇਨਸਾਨ ਦੇ ਵਿੱਚੋਂ ਭਗਵਾਨ ਦਾ ਸਰੂਪ ਦੇਖਦੇ ਹੋਏ ਉਹਨਾਂ ਦੋਨਾਂ ਦਾ ਮਿਲਾਪ ਕਰਨ ਦੇ ਲਈ ਇੱਕ ਸੌਖਾ ਤਰੀਕਾ ਸਮਝਾਇਆ ਹੈ ਆਪਣੇ ਪਿਆਰੇ ਸਿੱਖਾਂ ਨੂੰ। ਸਭ ਤੋਂ ਵੱਡੀ ਰੁਕਾਵਟ ਜਿਹੜੀ ਕੰਧ ਹੈ, ਅੜਚਨ ਹੈ ਵਿਚਾਲੇ, ਉਹ ਮੈਂ ਦੀ ਹੈ, ਹਉਮੈ ਦੀ ਹੈ, ਜਿਹੜੀ ਕਿ ਸੁਖਮਣੀ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਨੇ ਬਹੁਤ ਹੀ ਪਿਆਰੇ ਤਰੀਕੇ ਦੇ ਨਾਲ ਇਨਸਾਨ ਨੂੰ ਸਮਝਾਇਆ ਹੈ ਕਿ ਤੂੰ ਆਪਣੀ ਹਉਮੈ ਵਾਲੀ ਕੰਧ ਨੂੰ ਕਿਵੇਂ ਢਾਹ ਸਕਦਾ ਹੈ। ਜਦੋਂ ਤੇਰੀ ਕੰਧ ਢਹਿ ਗਈ, ਕਿਵ ਕੂੜੇ ਟੁੱਟੇ ਪਾਲ, ਇਹ ਪਾਲ ਖਤਮ ਹੋ ਗਈ, ਤਦ ਪ੍ਰਭੂ ਤੇਰੇ ਸਾਹਮਣੇ ਤੈਨੂੰ ਉਡੀਕ ਰਿਹਾ ਹੋਵੇਗਾ। ਸੱਚੇ ਪਾਤਸ਼ਾਹ ਨੇ ਸਵਾਸਾਂ ਦੀ ਤੇ ਗਰਾਸਾਂ ਦੀ ਗੱਲ ਕੀਤੀ ਹੈ। ਪ੍ਰਾਣੀ ਹਰ ਰੋਜ਼ ਖਾਂਦਾ ਹੈ, ਸਰੀਰ ਚੱਲਦਾ ਹੈ, ਖੂਨ ਬਣਦਾ ਹੈ, ਇਨਸਾਨ ਦੀ ਜ਼ਿੰਦਗੀ ਦੀ ਕਿਰਿਆ ਤੁਰਦੀ ਰਹਿੰਦੀ ਹੈ, ਸਵਾਸ ਆਉਂਦੇ ਹਨ। ਜਿਹੜੀ ਸਰੀਰ ਦੀ ਮਸ਼ੀਨਰੀ ਹੈ ਉਹ ਫੇਫੜਿਆਂ ਨਾਲ, ਧੌਖੜੀ ਨਾਲ ਚੱਲਦੀ ਹੈ ਤੇ ਇਹਦੇ ਨਾਲ ਖੂਨ ਹੈ ਜਿਹੜਾ ਸਾਰੀਆਂ ਅੰਤੜੀਆਂ ਦੇ ਵਿੱਚ ਪ੍ਰਵੇਸ਼ ਹੁੰਦਾ ਰਹਿੰਦਾ ਹੈ। ਇਹ ਇੱਕ ਜੁਗਤ ਹੈ, ਸਿਆਣਪ ਹੈ, ਪ੍ਰਭੂ ਦੀ ਕਾਰਾਗਰੀ ਹੈ। ਸਵਾਸ ਮੂਲ ਹਨ,
ਜਿਹੜੇ ਕਿ ਪ੍ਰਾਣੀ ਦੇ ਹੱਥ ਵਿੱਚ ਨਹੀਂ ਹਨ। ਉਹਨਾਂ ਸਵਾਸਾਂ ਦਾ ਆਪਰੇਟਰ ਚਲਾਉਣ ਵਾਲਾ ਕੋਈ ਹੋਰ ਹੈ। ਪ੍ਰਾਣੀ ਦਾ ਇਹਦੇ ਵਿੱਚ ਕੋਈ ਜ਼ੋਰ ਨਹੀਂ ਹੈ, ਕਿਸੇ ਹੋਰ ਦਾ ਜ਼ੋਰ ਹੈ ਜਿਹੜਾ ਚਲਾ ਰਿਹਾ ਹੈ। ਇਨਸਾਨ ਨੂੰ ਤਾਂ ਇਹ ਵੀ ਨਹੀਂ ਪਤਾ ਕਿੰਨੇ ਬਾਕੀ ਸਵਾਸ ਹਨ। ਉਹ ਵੀ ਰਹਿਮਤ ਸਦਕਾ ਹੀ ਦਾਤੇ ਵੱਲੋਂ ਦਿੱਤੇ ਜਾਂਦੇ ਹਨ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਸਵਾਸਾਂ ਨੂੰ ਸਫਲੇ ਬਣਾਉਣ ਦੇ ਲਈ ਪ੍ਰਾਣੀ ਨੂੰ ਸਿੱਖਿਆ ਦਿੱਤੀ ਹੈ, ਮੱਤ ਸਮਝਾਈ ਹੈ ਕਿ ਤੂੰ ਇਹ ਜੁਗਤ ਨੂੰ ਅਪਣਾ ਲੈ। ਸਵਾਸ ਸਵਾਸ ਪ੍ਰਭੂ ਨੂੰ ਧਿਆਨ ਲੈ, ਆਪਣੀ ਇੱਕ ਰਿਦਮ ਬਣਾ ਲੈ, ਆਟੋ ਸਿਸਟਮ ਬਣਾ ਲੈ, ਕ੍ਰੀਏਟ ਕਰ ਲੈ, ਜਿਹੜਾ ਤੇਰੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਵੇ। ਆਪਣੇ ਆਪ ਪ੍ਰਭੂ ਦੀ ਜ਼ਿੰਮੇਵਾਰੀ ਬਣ ਜਾਵੇਗੀ ਜਦੋਂ ਤੂੰ ਉਹਨੂੰ ਦਿਨ ਰਾਤ ਸਿਮਰੇਗਾ। ਉਹ ਦਾਤਾ ਬੇਅੰਤ ਦੇਣ ਵਾਲਾ ਇਸ ਬਦਲੇ ਦੇ ਵਿੱਚ ਤੈਨੂੰ ਮੋਕਸ਼ ਦੀ ਦਾਤ ਦੇ ਦੇਵੇਗਾ, ਅਮਰ ਹੋਣ ਦੀ ਦਾਤ ਬਖਸ਼ ਦੇਵੇਗਾ। ਦਾਤਾਂ ਦਾ ਧਨੀ ਹੈ, ਉਹਦੇ ਕੋਲ ਕੋਈ ਘਾਟਾ ਵੀ ਨਹੀਂ ਹੈ, ਬੇਅੰਤ ਹੈ, ਕਿਰਪਾਲੂ ਦਿਆਲੂ ਹੈ। ਸਿਰਫ ਤੇ ਸਿਰਫ ਤੈਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪੈਣੀ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ 3 ਪ੍ਰਮੁੱਖ ਵਿਸ਼ੇ ਚੁਣੇ ਹਨ ਸੁਖਮਨੀ ਸਾਹਿਬ ਦੇ ਵਿੱਚ। ਇੱਕ ਤਾਂ ਪ੍ਰੀਤਮ ਪਿਆਰਾ ਕਿੰਨਾ ਵੱਡਾ ਹੈ, ਕਿੰਨਾ ਮਹਾਨ ਹੈ, ਕਿੰਨਾ ਦਿਆਲੂ ਹੈ, ਕਿੰਨਾ ਕਿਰਪਾਲੂ ਹੈ, ਬਾਖੂਬੀ ਦੇ ਨਾਲ ਸਮਝਾਇਆ ਹੈ। ਪ੍ਰਭੂ ਦੇ ਅਨੇਕ ਰੰਗ, ਉਹਦਾ ਪਸਾਰਾ, ਦੁਨੀਆ ਬਣਾਉਣ ਤੋਂ ਪਹਿਲਾਂ ਦਾ ਜ਼ਿਕਰ, ਰਚਣਹਾਰੇ ਦਾ ਰਚਨਾ, ਰਚਣ ਤੋਂ ਪਹਿਲਾਂ ਦਾ ਵਿਸਤਾਰ। ਫਿਰ ਦੂਸਰਾ ਵਿਸ਼ਾ ਉਹਨਾਂ ਭਗਤ ਜਨਾਂ ਦਾ ਹੈ ਜਿਹੜੇ ਦਿਨ ਰਾਤ ਉਹਨੂੰ ਧਿਆਉਂਦੇ ਹਨ, ਰੱਟ ਦੇ ਨਾਲ, ਪਿਆਰ ਦੇ ਨਾਲ। ਫਿਰ ਉਹ ਅਪਣਾ ਲੈਂਦਾ ਹੈ ਉਹਨਾਂ ਨੂੰ ਜਿਹੜੇ ਮੁੜ ਕੇ ਆ ਕੇ ਉਹਦੇ ਗਲ ਲੱਗ ਜਾਂਦੇ ਹਨ। ਆਪਣੇ ਬਣਾ ਲੈਂਦਾ ਹੈ, ਸਾਰੀਆਂ ਸ਼ਕਤੀਆਂ, ਸਾਰੇ ਗੁਣ ਉਹਨਾਂ ਦੇ ਵਿੱਚ ਭਰ ਦਿੰਦਾ ਹੈ। ਜਿਹੜੇ ਖਾਲੀ ਭਾਂਡੇ ਸਨ ਉਹ ਨੱਕ ਨੱਕ ਭਰ ਗਏ, ਜਿਹੜੇ ਬੇਸਹਾਰੇ ਸਨ ਉਹਨਾਂ ਨੂੰ ਸਹਾਰਾ ਮਿਲ ਗਿਆ। ਬੇਅੰਤ ਪਰਮਾਤਮਾ ਦਾ, ਵਾਹਿਗੁਰੂ ਦਾ, ਈਸ਼ਵਰ ਦਾ, ਉਹਨਾਂ ਪਿਆਰਿਆਂ ਦਾ ਜ਼ਿਕਰ ਸੱਚੇ ਪਾਤਸ਼ਾਹ ਬਹੁਤ ਹੀ ਮਾਣ ਨਾਲ ਕਰਦੇ ਹਨ, ਸਤਿਕਾਰ ਨਾਲ ਕਰਦੇ ਹਨ, ਮਹਾ ਪਿਆਰ ਦੇ ਨਾਲ ਕਰਦੇ ਹਨ। ਉਹਨਾਂ ਦੇ ਚਰਨ ਧੋਣ ਦੇ ਲਈ ਲੋਚਾ ਲੋਚਦੇ ਹਨ, ਇੱਛਾ ਕਰਦੇ ਹਨ ਉਹਨਾਂ ਦੀ ਸੇਵਾ ਕਰਨ ਦੇ ਲਈ। ਇੱਥੋਂ ਤੱਕ ਕਿ ਆਪਣੇ ਸਰੀਰ ਨੂੰ ਉਹਨਾਂ ਉੱਤੇ ਕੁਰਬਾਨ ਕਰਨ ਦੀ ਬੇਨਤੀ ਕਰਦੇ ਹਨ ਕਿ ਪ੍ਰਭੂ ਪਿਆਰੇ, ਜੇ ਮੈਨੂੰ ਤੇਰੇ ਜਨ, ਤੇਰੇ ਸੇਵਕ, ਤੇਰੇ ਦਾਸ ਮਿਲ ਜਾਣ, ਮੈਂ ਨਿਮਾਣਾ ਨਿਤਾਣਾ ਆਪਣਾ ਸੀਸ ਭੇਂਟ ਕਰ ਦੇਵਾਂ।
ਇੰਨੀ ਮਹਾਨਤਾ ਦੱਸੀ ਹੈ ਸੱਚੇ ਪਾਤਸ਼ਾਹ ਨੇ ਈਸ਼ਵਰ ਦਾ ਨਾਂ ਲੈਣ ਵਾਲਿਆਂ ਦੀ, ਉਹਨਾਂ ਭਗਤਾਂ ਦੀ, ਉਹਨਾਂ ਦਾਸਾਂ ਦੀ, ਉਹਨਾਂ ਜਨਾਂ ਦੀ, ਉਹਨਾਂ ਸੇਵਕਾਂ ਦੀ। ਗੁਰੂ ਪਿਆਰਿਓ, ਤੀਸਰਾ ਵਿਸ਼ਾ ਸੱਚੇ ਪਾਤਸ਼ਾਹ ਨੇ ਉਹਨਾਂ ਨਿੰਦਕਾਂ ਦਾ ਚੁਣਿਆ ਹੈ, ਚੁਗਲਖੋਰਾਂ ਦਾ, ਜਿਨ੍ਹਾਂ ਦਾ ਕੰਮ ਸਾਰਾ ਤੇ ਸਾਰਾ ਦਿਨ ਪ੍ਰਭੂ ਦੇ ਪਿਆਰਿਆਂ ਉੱਤੇ ਕੜਾਸ, ਉਹਨਾਂ ਦੀ ਨਿੰਦਾ ਚੁਗਲੀ, ਉਹਨਾਂ ਉੱਤੇ ਧਮਕਾਉਣਾ ਆਪਣਾ ਰੋਪ, ਅਸ਼ਾਂਤੀ ਪੈਦਾ ਕਰਨੀ, ਉਹਨਾਂ ਨੂੰ ਜਲੀਲ ਕਰਨਾ, ਉਹਨਾਂ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਕਰਦੇ ਹਨ ਹੰਕਾਰੇ ਹੋਏ, ਪ੍ਰੀਤਮ ਪਿਆਰੇ ਨੇ ਸਿਰੇ ਤੋਂ ਭੰਡਿਆ ਹੈ ਉਹਨਾਂ ਨੂੰ। ਉਹਨਾਂ ਦੀ ਥਾਂ ਜਿਹੜੀ ਬਣਦੀ ਹੈ ਦੁਨੀਆ ਦੇ ਵਿੱਚ, ਉਹ ਦਰਸਾਈ ਹੈ। ਸੰਤ ਕੇ ਨਿੰਦਕ, ਸੰਤ ਕੇ ਦੋਖੀ, ਉਹਨਾਂ ਲੋਕਾਂ ਨੂੰ ਪਾਤਸ਼ਾਹ ਨੇ ਇੱਕ ਵਿਧੀ ਸਮਝਾ ਦਿੱਤੀ ਕਿ ਤੁਸੀਂ ਬੇਸ਼ੱਕ ਜਿੰਨੇ ਮਰਜ਼ੀ ਕੁਕਰਮ ਕਰਦੇ ਹੋ, ਆਪਣੀ ਬਾਲੀ ਹੋਈ ਭੱਠੀ ਦੇ ਵਿੱਚ ਆਪ ਹੀ ਸੜਦੇ ਹੋ। ਨਿੰਦਿਆ, ਚੁਗਲੀ, ਝੂਠ ਤੁਹਾਡਾ ਪੇਸ਼ਾ ਬਣ ਚੁੱਕਿਆ ਹੈ, ਪਰ ਅਜੇ ਵੀ ਤੁਹਾਡੇ ਮੁੜਨ ਉੱਤੇ ਪ੍ਰਭੂ ਉਡੀਕ ਕਰ ਰਿਹਾ ਹੈ। ਜੇ ਉਹਦਾ ਪਿਆਰਾ ਤੁਹਾਨੂੰ ਸਮਝਾ ਦੇਵੇ ਜੁਗਤ, ਤੁਸੀਂ ਅਮਲ ਕਰ ਲਵੋ, then it's not late for you। ਤੁਸੀਂ ਜਿੰਨੀ ਮਰਜ਼ੀ ਚੁਗਲੀ ਨਿੰਦਿਆ ਕੀਤੀ ਹੈ, ਕਿੰਨਾ ਮਰਜ਼ੀ ਕਪਟ ਬੋਲਿਆ ਹੈ, ਝੂਠ ਬੋਲ ਬੋਲ ਕੇ ਗਰੀਬਾਂ ਨੂੰ ਪਰੇਸ਼ਾਨ ਕੀਤਾ ਹੈ, ਪਰ ਇੱਕ ਪਿਆਰਾ ਗੁਰੂ ਦਾ, ਇੱਕ ਦਾਸ ਜਨ ਸੇਵਕ ਪਰਮਾਤਮਾ ਦਾ ਜੇ ਤੁਹਾਡੇ ਮਾੜੇ ਲੇਖਾਂ ਉੱਤੇ ਕਾਂਟਾ ਮਾਰ ਦੇਵੇ ਤਾਂ ਬਹੁਤ ਹੈ। ਪਰਮਾਤਮਾ ਉਹਦੀ ਮੋੜਦਾ ਨਹੀਂ, ਉਹਦੀ ਮੰਨਦਾ ਹੈ। ਪ੍ਰੀਤਮ ਪਿਆਰਾ ਉਹਨੂੰ ਸਵੀਕਾਰਦਾ ਹੈ। ਗੁਰੂ ਪਿਆਰਿਓ, 6ਵੇਂ ਪਦ ਦੇ ਵਿੱਚ ਪਾਤਸ਼ਾਹ ਦਿਆਲੂ ਕਿਰਪਾਲੂ ਮਿਹਰ ਕਰਦੇ ਹਨ। ਜੈ ਅਛਲ ਅਭੇਦ, ਅਛਲ ਅਛੇਦ ਅਭੇਦ ਸਮਾਇਆ, ਉਹਾਂ ਕਿਸੇ ਵਿਆਪਤ ਮਾਇਆ। ਗੁਰੂ ਪਿਆਰਿਓ, ਇਹਨਾਂ ਸਾਰੇ ਪਦਾਂ ਦੇ ਵਿੱਚ ਹੀ ਸੱਚੇ ਪਾਤਸ਼ਾਹ ਉਹ ਜ਼ਿਕਰ ਕਰ ਰਹੇ ਹਨ ਜਿਹੜਾ ਆਪਣੀਆਂ ਅੱਖਾਂ ਦੇ ਸਾਹਮਣੇ ਤੱਕ ਰਹੇ ਹਨ। ਉਹ ਸਮਾਂ ਹੈ ਜਦੋਂ ਪਿਆਰਾ ਪ੍ਰਭੂ ਇਕੱਲਾ ਸੀ, ਉਹਨੇ ਪਰਿਵਾਰ ਨਹੀਂ ਸੀ ਸਾਜਿਆ ਆਪਣਾ, ਆਪਣੀ ਰਚਨਾ ਨਹੀਂ ਸੀ ਬਣਾਈ। ਜਿਵੇਂ ਆਮ ਹੁੰਦਾ ਹੈ ਦੁਨੀਆ ਦੇ ਵਿੱਚ, ਬਹੁਤ ਸਾਰੇ ਲੋਕ ਹੈ ਜਿਹੜੇ ਆਪਣੇ ਰੋਜ਼ੀ ਰੋਟੀ ਦੇ ਲਈ ਵਿਦੇਸ਼ਾਂ 'ਚ ਜਾਂਦੇ ਹਨ। ਬੜੇ ਯੋਗਤਾ ਵਾਲੇ ਡਾਕਟਰ ਸਾਹਿਬਾਨ, ਇੰਜੀਨੀਅਰ, ਵੱਡੇ ਵੱਡੇ ਕੰਪਿਊਟਰ ਦੇ ਸਾਇੰਸਦਾਨ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਹਨ ਚੰਗੇ ਜੀਵਨ ਦੀ ਆਸ ਲੈ ਕੇ। ਦਾਤਾ ਮਿਹਰ ਕਰ ਦਿੰਦਾ ਹੈ, ਉਹ ਫਲ ਜਾਂਦੇ ਹਨ, ਕਿਰਪਾ ਦੇ ਨਾਲ ਉਹਨਾਂ ਦਾ ਨਾਮ ਹੋ ਜਾਂਦਾ ਹੈ।
ਪਹਿਲਾਂ ਪਹਿਲਾਂ ਉਹ ਇਕੱਲੇ ਹੀ ਆਉਂਦੇ ਹਨ, ਪਰਿਵਾਰ ਨੂੰ ਇੰਡੀਆ ਦੇ ਵਿੱਚ ਛੱਡ ਆਉਂਦੇ ਹਨ। ਫਿਰ 2 4 5 ਸਾਲ ਜਦੋਂ ਵੀ ਉਹ ਸਥਾਪਿਤ ਹੋ ਗਏ, ਫਿਰ ਵਾਪਸ ਜਾਂਦੇ ਹਨ। ਜਿਨ੍ਹਾਂ ਦੀ ਸ਼ਾਦੀ ਹੋ ਚੁੱਕੀ ਹੋਵੇ ਉਹ ਆਪਣੇ ਪਰਿਵਾਰ ਨੂੰ ਲੈ ਕੇ ਵਾਪਸ ਆ ਜਾਂਦੇ ਹਨ। ਜਿਹੜਾ ਕੁਆਰਾ ਹੈ, ਬੈਚਲਰ ਹੈ, ਉਹ ਆਪਣਾ ਜੀਵਨ ਸਾਥੀ ਢੂੰਡ ਕੇ ਫਿਰ ਵਾਪਸ ਆ ਜਾਂਦੇ ਹਨ। ਪਰ ਪਹਿਲਾਂ ਆਉਂਦੇ ਇਕੱਲੇ ਹੀ ਹਨ, ਤਾਂ ਕਿ ਸਥਾਪਿਤ ਹੋਣ ਤੱਕ ਉਹਨਾਂ ਨੂੰ ਸੌਖ ਰਹੇ। ਉਸ ਇਕੱਲੇ ਜੀਵਨ ਦੀ ਕਿਰਿਆ ਵੱਖਰੀ ਹੁੰਦੀ ਹੈ। ਇਕੱਲੇ ਨੇ ਰਹਿਣਾ ਯਾਦਾਂ ਦੇ ਵਿੱਚ, ਕਈ ਵਾਰ ਕਿਸੇ ਨੇ ਮਿਲਣਾ ਹੀ ਨਾ, ਆਪਣੇ ਆਪ ਨਾਲ ਗੱਲਾਂ। ਇਸੇ ਤਰ੍ਹਾਂ ਹੀ ਪ੍ਰਭੂ ਪਿਆਰੇ ਦੀ ਜਿਹੜੀ ਅਕਾਲਤ ਹੈ, ਉਸ ਸਮੇਂ ਦੀ ਜਦੋਂ ਅੱਖਾਂ ਨਾਲ ਦੇਖਣ ਵਾਲਾ ਸਾਰਾ ਕੁਝ ਨਹੀਂ ਸੀ, ਸਾਰੇ ਚਾਰੇ ਪਾਸੇ ਹਨੇਰਾ ਸੀ, ਅਰਬਦ ਸੀ, ਨਰਬਦ ਸੀ, ਤੱਦੂ ਧਾਰਾ ਸੀ, ਹਨੇਰਾ ਸੀ। ਨਾ ਸੂਰਜ ਸੀ, ਨਾ ਤਾਰੇ ਸਨ, ਨਾ ਚੰਦ ਸਨ, ਨਾ ਬ੍ਰਹਮਾ ਸੀ, ਨਾ ਵਿਸ਼ਨੂੰ ਸੀ ਤੇ ਨਾ ਸ਼ਿਵ ਜੀ ਸੀ। ਇਹਨਾਂ ਵਿੱਚੋਂ ਕੋਈ ਵੀ ਨਹੀਂ ਸੀ। ਪ੍ਰੀਤਮ ਪਿਆਰਾ ਇਕੱਲਾ ਆਪਣੇ ਆਪ ਦੇ ਵਿੱਚ ਅਛਲ ਜਿਹੜਾ ਠੱਗਿਆ ਨਾ ਜਾ ਸਕੇ, ਅਛੇਦ ਜੀ ਦੇ ਵਿੱਚ ਕੋਈ ਗਲੀ ਨਾ ਹੋ ਸਕੇ, ਵਿੰਨਿਆ ਨਾ ਜਾਵੇ, ਅਭੇਦ ਜਿਹੜਾ ਭੇਤ ਤੋਂ ਰਹਿਤ ਹੋਵੇ। ਜਦੋਂ ਇਕੱਲਾ ਸੀ, ਕਲਮ ਇਕੱਲਾ ਪ੍ਰਭੂ, ਤਾਂ ਉਹ ਆਪਣੇ ਆਪ ਦੇ ਵਿੱਚ ਮਗਨ ਸੀ, ਲੀਨ ਸੀ, ਆਪਣੀ ਸਮਾਧੀ ਦੇ ਵਿੱਚ। ਜਿਵੇਂ ਅੱਜ ਦੇ ਯੁੱਗ ਦੇ ਵਿੱਚ ਕਹਿੰਦੇ ਨੇ ਮਾਇਆ ਬੜੀ ਮਨਮੋਹਣੀ ਹੈ, ਸਾਰਿਆਂ ਨੂੰ ਕੰਟਰੋਲ ਕਰਦੀ ਹੈ। ਪ੍ਰਭੂ ਦਿੰਦਾ ਹੈ, ਸਵਾਰਦਾ ਹੈ, ਸੋਹਣਾ ਬਣਾਉਂਦਾ ਸੰਸਾਰ ਨੂੰ। ਉੱਥੇ ਮਾਇਆ ਛਲਦੀ ਹੈ, ਪ੍ਰਭੂ ਦੇ ਪਿਆਰਿਆਂ ਨੂੰ ਉਹਦੇ ਨਾਲੋਂ ਤੋੜਦੀ ਹੈ, ਵਿਗਾੜਦੀ ਹੈ, ਇਲਤ ਕਰਦੀ ਹੈ ਵਿੱਚੇ ਵਿੱਚ। ਸੱਚੇ ਪਾਤਸ਼ਾਹ ਸਮਝਾਉਂਦੇ ਹਨ ਕਿ ਜਦੋਂ ਫਿਰ ਪ੍ਰਭੂ ਇਕੱਲਾ ਸੀ, ਆਪਣੇ ਆਪ ਦੇ ਵਿੱਚ ਲੀਨ ਸੀ, ਫਿਰ ਜਿਹੜੀ ਮੋਹਣੀ ਮਾਇਆ ਹੈ, ਉਹ ਅਸਰ ਕਿਹਦੇ ਉੱਤੇ ਕਰਦੀ ਹੈ ਹੀ ਨਹੀਂ ਸੀ, ਬੇਬਸ ਸੀ। ਪ੍ਰਭੂ ਨੇ ਜਿੱਥੇ ਰਚਨਾ ਰਚਾਈ ਹੈ, ਉੱਥੇ ਇਹ ਫਿਰ ਬਣਾਈ ਹੈ। ਪਰ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਕਿ ਜਦੋਂ ਮਹਾ ਆਨੰਦ ਦੇ ਵਿੱਚ ਪ੍ਰਭੂ ਨਾ ਠਗਿਆ ਜਾਣ ਵਾਲਾ, ਨਾ ਬਿੰਨੇ ਜਾਣ ਵਾਲਾ, ਨਾ ਭੇਦ ਖੋਲ੍ਹਣ ਵਾਲਾ ਜਾਂ ਗੁਪਤ ਰੱਖਣ ਵਾਲਾ, ਮਹਾ ਆਨੰਦ ਦੀ ਪ੍ਰਾਪਤੀ ਦੇ ਵਿੱਚ ਸੀ, ਤਾਂ ਮਾਇਆ ਦਾ ਜ਼ੋਰ ਨਹੀਂ ਸੀ ਚੱਲਦਾ। ਕਿਹਦੇ ਉੱਤੇ ਆਪਣੀਆਂ ਚਲਾਕੀਆਂ ਦਰਸਾਉਂਦੀ, ਬੇਬਸ ਸੀ ਮਾਇਆ। ਆਪਸ ਕੋ ਆਪੇ ਆਦੇਸ਼, तेहु गुण का नाही प्रवेश। ਆਪਣੇ ਆਪ ਨੂੰ ਪ੍ਰਭੂ ਨਮਸਕਾਰ ਕਰਦਾ ਸੀ, ਆਪਣੀ ਸਿਫਤ ਆਪ ਹੀ ਕਰਦਾ ਸੀ। ਜਿਵੇਂ ਦੁਨੀਆ ਦੇ ਵਿੱਚ ਆਪਾਂ ਕਈ ਵਾਰ ਦੇਖਦੇ ਆ,
ਆਪ ਦੀਆਂ ਪ੍ਰਾਪਤੀਆਂ ਕਈ ਵਾਰ ਬੰਦਾ ਆਪਣੇ ਆਪ ਨੂੰ ਸੁਣਾਉਣ ਲੱਗ ਜਾਂਦਾ ਹੈ। ਜੇ ਕੋਈ ਹੋਰ ਸਿਫਤ ਨਾ ਕਰੇ ਫਿਰ ਆਪਣੇ ਆਪ ਦੱਸਣ ਲੱਗ ਜਾਂਦਾ ਹੈ। ਇਹ ਇੱਕ ਫਿਤਰਤ ਹੈ ਇਨਸਾਨ ਦੀ, ਕਿਉਂਕਿ ਇਨਸਾਨ ਭਗਵਾਨ ਦੇ ਵਿੱਚੋਂ ਪੈਦਾ ਹੋਇਆ ਹੈ। ਉਹਦਾ ਸ਼ਾਖ ਰੂਪ ਹੈ। ਫਿਰ ਪ੍ਰਭੂ ਪਿਆਰਾ ਆਪਣੀ ਮਸਤੀ ਦੇ ਵਿੱਚ ਆਪਣੇ ਗੁਣ ਆਪ ਹੀ ਗਾਇਨ ਕਰਦਾ ਸੀ, ਆਪਣੇ ਆਪ ਨੂੰ ਨਮਸਕਾਰ ਕਰਦਾ ਸੀ, ਆਸ਼ੀਰਵਾਦ ਵੀ ਆਪ ਹੀ ਦਿੰਦਾ ਸੀ, ਝੁਕਦਾ ਵੀ ਆਪ ਹੀ ਸੀ ਤੇ ਫੜ ਕੇ ਠਾਲਦਾ ਵੀ ਆਪ ਹੀ ਸੀ। ਤੇਹੋ ਗੁਣ ਕਾ ਨਾਹੀ ਪ੍ਰਵੇਸ਼। ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਅਜੇ ਹਟੇ ਹੀ ਹਾਂ ਕਿ ਨਾ ਬ੍ਰਹਮਾ ਸੀ, ਨਾ ਵਿਸ਼ਨੂੰ ਸੀ, ਨਾ ਮਹੇਸ਼ ਸੀ। ਇਲੈਕਟ੍ਰੋਨ, ਪੋਜ਼ੀਟ੍ਰੋਨ ਐਂਡ ਨਿਊਟਰੋਨ। ਵਿਗਿਆਨੀ ਕਹਿੰਦੇ ਨੇ ਕਿ 3 ਹਿੱਸਿਆਂ ਦੇ ਵਿੱਚ ਜਿਹੜਾ ਐਟਮ ਹੈ ਟੁੱਟਦਾ, ਤੇ ਉਹ ਤੋਂ ਜਿਹੜੀ ਐਨਰਜੀ ਪੈਦਾ ਹੁੰਦੀ ਹੈ, ਦੁਨੀਆ ਚੱਲਦੀ ਹੈ, ਸ੍ਰਿਸ਼ਟੀ ਉਹਦੇ ਉੱਤੇ ਖੜੀ ਹੈ। ਇਹ ਵਿਗਿਆਨੀਆਂ ਦਾ ਕਥਨ ਹੈ। ਜਿਹੜੇ ਸਪਿਰਚੁਅਲ ਲੋਕ ਹਨ, ਭਗਤ ਹਨ, ਪਿਆਰੇ ਹਨ ਪ੍ਰਭੂ ਦੇ, ਉਹਨਾਂ ਲਈ ਏਕਾ ਮਾਈ ਜੁਗਤ ਵਿਆਹੀ 3 ਚੇਲੇ ਪ੍ਰਵਾਨ। ਇੱਕ ਪਾਉਂਦਾ ਤੇ ਦੂਜਾ ਪਾਲਦਾ ਤੇ ਤੀਜਾ ਖਪਾਉਂਦਾ ਹੈ। ਇਹ 3 ਲੱਛਣਾਂ ਉੱਤੇ ਦੁਨੀਆ ਟਿਕੀ ਹੋਈ ਹੈ। ਪਰ ਉਦੋਂ ਜਦੋਂ ਪ੍ਰਭੂ ਪ੍ਰੀਤਮ ਪਿਆਰਾ ਆਪਣੇ ਆਪ ਨੂੰ ਸਲਾਮ ਕਰਦਾ ਸੀ, ਨਮਸਕਾਰ ਕਰਦਾ ਸੀ, ਇਹ 3 ਗੁਣ ਲਾਗੂ ਨਹੀਂ ਸੀ ਹੁੰਦੇ। ਇਹਨਾਂ ਦਾ ਕੋਈ ਮਤਲਬ ਵੀ ਨਹੀਂ ਸੀ। ਉਹਨੇ ਹੀ ਬਣਾਏ ਹਨ। ਜਦੋਂ ਰਚਨਾ ਰਚੀ ਗਈ ਤਾਂ ਉਹਨੇ ਇਹਨਾਂ ਨੂੰ ਵੀ ਬਣਾ ਦਿੱਤਾ ਤੇ ਮਾਇਆ ਨੂੰ ਵੀ ਕ੍ਰੀਏਟ ਕਰ ਦਿੱਤਾ। ਜੈ ਏਕੈ ਏਕ ਏਕ ਭਗਵੰਤਾ, ਤੈ ਕੌਣ ਆਚਿੰਤ ਕਿਸ ਲਾਗੈ ਚਿੰਤਾ। ਸੱਚੇ ਪਾਤਸ਼ਾਹ ਸਮਝਾਉਂਦੇ ਹਨ, ਜਿੱਥੇ ਕੇਵਲ ਇੱਕ ਸ਼੍ਰੋਮਣੀ ਸਾਹਿਬ ਮੌਜੂਦ ਸੀ, ਉੱਥੇ ਉਹਦਾ ਕੌਣ ਫਿਕਰ ਕਰਦਾ, ਕਿਸ ਨੂੰ ਉਹਦਾ ਫਿਕਰ ਹੁੰਦਾ। ਚਿੰਤਾ ਹੁੰਦੀ ਜਾਂ ਨਾ ਚਿੰਤਾ ਹੁੰਦੀ, ਇਹਦਾ ਕੋਈ ਫਰਕ ਨਹੀਂ ਸੀ ਪੈਣਾ। ਉਹ ਆਪਣੇ ਆਪ ਦੇ ਵਿੱਚ ਲੀਨ ਸੀ, ਆਚਿੰਤ ਸੀ। ਪ੍ਰੀਤਮ ਪਿਆਰਾ ਉਸ ਵੇਲੇ ਉਹਨੂੰ ਯਾਦ ਕਰਨ ਵਾਲੇ ਵੀ ਨਹੀਂ ਸਨ, ਸਿਰਫ ਆਪਣੇ ਆਪ ਵਿੱਚ ਸੀ। ਜੈ ਆਪਨ ਆਪ ਆਪ ਪਤੀ ਆਰਾ, ਤੈ ਕੌਣ ਕਥੈ ਕੌਣ ਸੁਣਨੇ ਹਾਰਾ। ਜਿੱਥੇ ਸੁਆਮੀ ਆਪਣੇ ਆਪ ਨਾਲ ਖੁਦ ਸੰਤੁਸ਼ਟ ਸੀ, ਸੈਟਿਸਫਾਈਡ ਸੀ, ਉੱਥੇ ਕੌਣ ਕਹਿਣ ਵਾਲਾ ਤੇ ਕੌਣ ਸੁਣਨ ਵਾਲਾ। ਨਾ ਸਰੋਤੇ ਸਨ ਤੇ ਨਾ ਬੁਲਾਰੇ ਸਨ। ਕੌਣ ਕਿਹਦੀ ਸਿਫਤ ਕਰਦਾ। ਪ੍ਰਭੂ ਪਿਆਰਾ ਇਕੱਲਾ ਹੀ ਸੀ, ਆਪਣੇ ਆਪ ਦੇ ਵਿੱਚ ਸਾਰਾ ਕੁਝ ਕਰਨ ਯੋਗ ਸੀ। ਬਹੁ ਬੇਅੰਤ ਊਚ ਤੇ ਉੱਚਾ, ਨਾਨਕ ਆਪਸ ਕੋ ਆਪੇ ਪਹੁੰਚਾ। ਬਹੁਤ ਹੀ ਪਰਮ ਅਨੰਤ ਅਤੇ ਬੁਲੰਦਾਂ ਦਾ ਮਹਾਬੁਲੰਦ ਸੀ ਦਾਤਾ।
ਉੱਚਿਆਂ ਤੋਂ ਉੱਚਾ, ਬੇਅੰਤ ਉੱਚਾ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਨਾਨਕ ਆਪਸ ਕੋ ਆਪੇ ਪਾਹੂਚਾ। ਇੰਨੇ ਉੱਚੇ ਦੇ ਕੋਲ ਕੌਣ ਹੋਰ ਪਹੁੰਚ ਸਕਦਾ ਹੈ? ਉਹ ਆਪਣੇ ਆਪ ਹੀ ਪਹੁੰਚਦਾ ਸੀ, ਪਹੁੰਚਦਾ ਹੈ। ਉਹਨੂੰ ਚਿੰਤਾ ਹੈ ਸੰਸਾਰ ਦੀ। ਬੇਸ਼ੱਕ ਉਹ ਬਹੁਤ ਮਹਾ ਉੱਚਾ ਹੈ, ਪਰ ਦਿਨ ਰਾਤ ਪ੍ਰਭੂ ਦੇ ਪਿਆਰਿਆਂ, ਪ੍ਰਭੂ ਦੇ ਭਗਤਾਂ ਦਾ ਦਾਸ ਹੈ। ਉਹਨਾਂ ਉੱਤੇ ਮਿਹਰ ਕਰਦਾ ਹੈ, ਉਹਨਾਂ ਦੀਆਂ ਬੇਨਤੀਆਂ ਸਵੀਕਾਰ ਕਰਦਾ ਹੈ। ਗੁਰੂ ਪਿਆਰਿਓ, ਇੱਕ ਵਾਰੀ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਜੈ ਅਛਲ ਅਛੇਦ ਅਭੇਦ ਸਮਾਇਆ, ਉਹਾਂ ਕਿਸੇ ਵਿਆਪਤ ਮਾਇਆ। When the undeceivable, impenetrable and inscrutable Lord was contained in himself, then who felt the influence of Mammon? Mammon was not created that time. So there was not 5 elements made yet. Kaam, Krodh, Lobh, Moh, Hankar. They were not created. He was the only one himself. Mammon, the tricks of Mammon were not affecting the common man, ਸੰਸਾਰੀ, ਜਿੱਥੇ ਨਾ ਠੱਗਿਆ ਜਾਣ ਵਾਲਾ, ਨਾ ਬਿੰਨੇ ਜਾਣ ਵਾਲਾ, ਨਾ ਭੇਦ ਖੋਲ੍ਹਣ ਵਾਲਾ, ਨਾ ਮਾਇਆ ਛਲਣ ਵਾਲੀ। ਹਾਊ ਵੰਡਰਫੁਲ ਸਿਚੁਏਸ਼ਨ ਵਾਜ਼। ਉਹ ਆਪਣੇ ਆਪ ਨੂੰ ਆਪ ਹੀ ਚਲਾ ਰਿਹਾ ਸੀ ਮਸਤੀ ਦੇ ਵਿੱਚ, ਫਿਰ ਆਪਣੇ ਆਪ ਨੂੰ ਹੀ ਮੱਥਾ ਟੇਕ ਲੈਂਦਾ ਸੀ। ਬੇਸ਼ੱਕ ਰਚਨਾ ਜਦੋਂ ਰਚਾਈ ਦਾਤੇ ਨੇ, ਉਹਨੂੰ ਮਹਿਸੂਸ ਹੋਇਆ ਦੁਨੀਆ ਦੀਆਂ ਲੋੜਾਂ ਦਾ, ਪਰ ਜਿਹੜੀ ਪ੍ਰਭੂ ਨੇ, ਪਿਆਰੇ ਨੇ ਮਿਹਰ ਕੀਤੀ ਕਿ ਇਹ ਸੰਸਾਰ ਬੇਸ਼ੱਕ ਤਿੰਨਾਂ ਤੱਤਾਂ 'ਚ ਵੰਡਿਆ ਹੋਇਆ ਹੈ, ਪਰ ਮੇਰੇ ਪਿਆਰੇ ਤੈਨੂੰ ਖੁੱਲ੍ਹ ਹੈ, ਤੈਨੂੰ ਕਦੇ ਕੋਈ ਸਮੱਸਿਆ ਨਹੀਂ ਆਵੇਗੀ। ਤੈਨੂੰ ਉਹਦੇ ਬਣਾਏ ਹੋਏ 3 ਵੀ ਮਿਲ ਜਾਣਗੇ, ਮਾਇਆ ਵੀ ਮਿਲ ਜਾਵੇਗੀ, ਪਰ ਆਪਣਾ ਜਿਹੜਾ ਹੰਕਾਰ ਹੈ ਇਹਨੂੰ ਮੋੜ ਦੇ। ਜਿੱਥੋਂ ਆਇਆ ਇਹ ਰਿਸ਼ਤਾ ਤੋੜ ਦੇ। ਹੰਕਾਰ ਹੀ ਤੈਨੂੰ ਪਿੱਛੇ ਲੈ ਕੇ ਜਾਂਦਾ ਹੈ ਪਿਆਰਿਆ। आपस को आपे आदेश, त्यों गुण का नाही प्रवेश। जप एके एक एक भगवंता, तै कौन अचिंत किस लागै चिंता। गुरु प्यारिओ, सच्चे पातशाह इस पद दे विच मिहर करदे ने कि वो तरीका ही ਵੱਖਰਾ ਸੀ। ਉਦੋਂ ਸਾਰਾ ਕੁਝ ਉਲਟ ਸੀ ਅੱਜ ਦੇ ਜ਼ਮਾਨੇ ਨਾਲੋਂ। ਲੋਕ ਅਕਸਰ ਡੰਗਰ ਬੱਚਿਆਂ ਨੂੰ ਆਪਣੇ ਘਰਾਂ ਦੇ ਵਿੱਚ ਰੱਖਦੇ ਸਨ, ਸੌਦੇ ਵੀ ਉੱਥੇ ਕੋਲ ਸਨ,
ਬੇਸ਼ੱਕ ਉਹਨਾਂ ਦੀ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਦੀ ਕਿਰਿਆ ਭਿੰਨ ਹੈ, ਪਰ ਫਿਰ ਵੀ ਜਾਨਵਰ, ਪਸ਼ੂ, ਇਨਸਾਨ ਇੱਕ ਥਾਂ ਦੇ ਉੱਤੇ, ਇੱਕ ਛੱਤ ਦੇ ਉੱਤੇ ਰੱਖ ਕੇ ਰਹਿ ਰਿਹਾ ਸੀ। ਪ੍ਰੀਤਮ ਪਿਆਰਾ ਉਦੋਂ ਇਕੱਲਾ ਨਹੀਂ ਸੀ ਰਿਹਾ। ਉਦੋਂ ਉਹਦੀ ਰਚਨਾ ਬਣਾਈ ਗਈ ਸੀ, ਪਰ ਪਤਾ ਨਹੀਂ ਕਿੰਨਾ ਸਮਾਂ ਉਹ ਆਪਣਾ ਇਕੱਲਾ ਜੀਵਨ ਬਿਤਾਇਆ। ਅਮਰ ਨੇ, ਨਾ ਮੁੱਕਣ ਵਾਲੇ ਨੇ ਕੁਝ ਪਲ, ਕੁਝ ਸਮਾਂ ਬਿਤਾਇਆ। ਉਹਦੇ ਉੱਤੇ ਮਾਇਆ ਨੇ ਕੋਈ ਅਸਰ ਨਹੀਂ ਕੀਤਾ ਉਸ ਵੇਲੇ। ਆਪਸ ਕੋ ਆਪੇ ਆਦੇਸ਼, ਆਪਣੇ ਆਪ ਨੂੰ ਆਪੇ ਹੀ ਸਲਾਮ ਕਰਦਾ ਸੀ ਦਾਤਾ। ਤਿਹੂ ਗੁਣ ਕਾ ਨਾਹੀ ਪ੍ਰਵੇਸ਼। ਉਹ ਤਿੰਨੇ ਦੇਵਤੇ ਪੈਦਾ ਹੀ ਨਹੀਂ ਸੀ ਹੋਏ। ਜੈ ਏਕ 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 ਭਗਵੰਤਾ, ਇੱਕੋ ਹੀ ਸੀ ਸ਼੍ਰੋਮਣੀ ਪ੍ਰੀਤਮ, ਗॉड, ਲॉर्ड, ਈਸ਼ਵਰ, ਅੱਲਾ, ਭਗਵਾਨ ਵਾਹਿਗੁਰੂ, ਰੱਬ ਇੱਕ ਸੀ। ਉਹ ਅਦੁੱਤੀ ਸੀ, ਸਾਹਿਬ ਮੇਰਾ। ਉਦੋਂ ਕਿਹਨੂੰ ਫਿਕਰ ਹੁੰਦਾ ਸੀ ਤੇ ਕਾਹਦਾ ਫਿਕਰ, ਕਾਹਦੀ ਕੋਈ ਚਿੰਤਾ ਕਰੇ, ਕਿਸ ਦੇ ਲਈ ਕਰੇ। ਜਦੋਂ ਪ੍ਰਭੂ ਇਕੱਲਾ ਹੀ ਸੀ ਤੇ ਚਿੰਤਾ ਕਾਹਦੀ ਕਰਦੀ ਹੈ, ਕਿਹਦੇ ਲਈ ਕਰਦੀ ਹੈ। ਉਹ ਆਪਣੀ ਨਜ਼ਰ ਦੇ ਨਾਲ ਹੀ ਦੇਖਦਾ ਸੀ। ਜੈ ਆਪਨ ਆਪ ਆਪ ਪਤੀ ਆਰਾ, ਪੂਰਾ ਸੈਟਿਸਫਾਈਡ ਸੀ ਆਪਣੇ ਦੇ ਵਿੱਚ, ਪੂਰੇ ਦਾ ਪੂਰਾ ਸੰਤੁਸ਼ਟ ਸੀ ਆਪਣੇ ਵਿੱਚ। ਉਹਨੂੰ ਕਿਸੇ ਦੂਸਰੇ ਦੀ ਲੋੜ ਨਹੀਂ ਸੀ। ਆਚਿੰਤ ਉੱਥੇ ਕੌਣ ਸੀ ਕਹਿਣੇ ਵਾਲਾ ਤੇ ਕੌਣ ਸੀ ਸੁਣਨ ਵਾਲਾ। ਨਾ ਬੁਲਾਰੇ ਸਨ, ਨਾ ਸਰੋਤੇ ਸਨ, ਨਾ ਮੂਵੀ ਸੀ, ਨਾ ਦੇਖਣ ਵਾਲੇ ਦਰਸ਼ਕ ਸਨ, ਨਾ ਇਨਸਾਨ ਨੂੰ ਮੋਹਣ ਵਾਲੀ ਮਾਇਆ ਸੀ ਤੇ ਨਾ ਅਜੇ ਪ੍ਰਾਣੀ ਬਣਿਆ ਸੀ। ਤੈ ਕੌਣ ਕਥੇ ਕੌਣ ਸੁਣਨੇ ਹਾਰਾ, ਬਹੁ ਬੇਅੰਤ ਊਚ ਤੇ ਉੱਚਾ। ਅਸੀਂ ਆਮ ਜੀਵਨ ਦੇ ਵਿੱਚ, ਦੁਨੀਆ ਦੇ ਵਿੱਚ ਜਦੋਂ ਪ੍ਰਭੂ ਦੀ ਗੱਲ ਕਰਦੇ ਹਾਂ, ਉਹਦਾ ਸਵਾਦ ਰਚਦੇ ਹਾਂ, ਹਰ ਕੋਈ ਉੱਤੇ ਨੂੰ ਹੱਥ ਕਰਕੇ ਆਪਣੇ ਹੱਥ ਜੋੜ ਦਿੰਦਾ ਹੈ ਕਿ ਉਹਨੂੰ ਹੀ ਪਤਾ ਹੈ, ਉਹ ਵੱਡਾ ਸਾਹਿਬ ਹੈ, ਉਹੀ ਜਾਣਦਾ ਹੈ, ਜਾਣੀਹਾਰ ਹੈ। ਉਹਦੇ ਤੱਕ ਕੋਈ ਪਹੁੰਚ ਨਹੀਂ ਸਕਦਾ, ਪਰ ਉਹ ਆਪ ਪਹੁੰਚਦਾ ਸੀ ਜਦੋਂ ਇਕੱਲਾ ਸੀ। ਨਾਨਕ ਆਪਸ ਕੋ ਆਪੇ ਪਹੁੰਚਾ, ਜੈ ਆਪ ਰਚਿਓ ਪਰਪੰਚ ਆਕਾਰ। ਉਹਨੇ ਆਪਣੇ ਆਪ ਹੀ ਇਹ ਸਾਰੇ ਸਰੂਪ ਬਣਾਏ ਹਨ, ਪਰ ਆਪਣੇ ਤੱਕ ਆਪ ਇਕੱਲਾ ਹੀ ਪਹੁੰਚਦਾ ਹੈ। ਬੇਅੰਤ ਸੁਆਮੀ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰੀਏ। ਜੈ ਅਛਲ ਅਛੇਦ ਭੇਦ ਸਮਾਇਆ, ਬਿਨ ਦਾ ਅਨਡਿਸੀਵੇਬਲ
impenetrable and inscrutable, Lord was contained in himself, then who felt the influence of a mammon? Mammon, ਮਾਮ ਤੋਂ ਬਣੀ ਹੋਈ ਹੈ ਮੈਮੋਨ, ਮਾਇਆ, ਜਿਹੜੀ ਸਾਰਿਆਂ ਨੂੰ ਠੱਗਦੀ ਹੈ, ਦਿਨ ਰਾਤ ਟਿਕਣ ਨਹੀਂ ਦਿੰਦੀ। ਆਪਸ ਕੋ ਆਪੇ ਆਦੇਸ਼, when God himself paid homage to his own self, ਤੈਹੋਂ ਗੁਣ ਕਾ ਨਾਹੀ ਪ੍ਰਵੇਸ਼, then the three qualities had not entered the world. They were not born yet. जय एक 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 भगवंता. When there was the only unique Lord, one Lord, who was free from care of mammon, ਉਹ ਮਾਇਆ ਦੇ ਲੱਛਣਾਂ ਤੋਂ ਬਾਹਰ ਸੀ, and nobody felt for him, nobody could care for him. ਜੈ ਆਪਨ ਆਪ ਪਤਿਆਰਾ, ਤੈ ਕੌਣ ਕਥੇ ਕੌਣ ਸੁਣਨੇ ਹਾਰਾ। ਕੌਣ, when the Lord with himself was self-satisfied, then who was the utterer and who was the hearer? Nobody was a listener, nobody was speaker. Of them, he was lost in his own wisdom, and he was enjoying that time. The Lord is vastly infinite, and the highest of the high. Nanak, he alone reaches his own ship. He can reach to himself by himself. He don't need all those 3 elements, 5 elements. He is enough, perfect. He can cure, he can give everything. ਗੁਰੂ ਪਿਆਰਿਓ, ਸੰਖੇਪ ਦੇ ਵਿੱਚ ਇਸ ਪਦ ਨੂੰ ਆਪਾਂ ਵਿਚਾਰੀਏ। ਸੱਚੇ ਪਾਤਸ਼ਾਹ ਸਮਝਾਉਂਦੇ ਹਨ ਕਿ ਇਸ ਵੇਲੇ ਦੁਨੀਆ ਇੱਕ ਦੂਜੇ ਨੂੰ ਠੱਗਦੀ ਹੈ, ਗਲੀਆਂ ਕੱਢਦੀ ਹੈ, ਦਿਲ ਤੋੜਦੀ ਹੈ, ਭੇਦਾਂ ਦੇ ਵਿੱਚ ਨੂੜ ਲੈਂਦੀ ਆ, ਆਪਣੇ ਸੀਕਰੇਟ ਦੱਸ ਕੇ, ਫਿਰ ਉਹਦੇ ਪੁੱਛ ਕੇ 24 ਘੰਟੇ ਪ੍ਰਾਣੀ ਨੂੰ ਚੱਕਰਾਂ 'ਚ ਪਾ ਦਿੰਦੀ ਆ ਮਾਇਆ। ਪਰ ਉਸ ਵੇਲੇ ਨਾ ਮਾਇਆ ਸੀ, ਨਾ ਕੋਈ ਦੇਵੀ ਸੀ ਤੇ ਨਾ ਕੋਈ ਦੇਵਤਾ ਸੀ, ਇਕੱਲਾ ਹੀ ਪ੍ਰਭੂ ਸੀ। ਆ ਕਿਸੇ ਵਿਆਪਤ ਮਾਇਆ ਦੀ ਠੱਗੀ ਠੋਰੀ ਚੱਲਦੀ ਨਹੀਂ ਸੀ, ਕਿਸੇ ਵੀ ਉੱਤੇ ਨਹੀਂ ਚੱਲਦੀ ਸੀ। ਆਪਣੇ ਆਪ ਨੂੰ ਪ੍ਰਭੂ ਨਮਸਕਾਰ ਕਰਦਾ ਸੀ, ਆਪਣੀ ਸ਼ਲਾਘਾ ਕਰਦਾ ਸੀ, ਆਪਣੇ ਗੀਤ ਵੀ ਆਪ ਹੀ ਗਾਉਂਦਾ ਸੀ। ਮਿਸਾਲ ਵਜੋਂ ਆਪਾਂ ਸਾਰੇ ਹੀ ਗੀਤ ਗਾਉਂਦੇ ਹਾਂ, ਕਈ ਬਾਹਰ ਗਾਉਂਦੇ ਹਨ ਲੋਕਾਂ ਲਈ, ਕਈ ਅੰਦਰ ਗਾਉਂਦੇ ਹਨ ਆਪਣੇ ਆਪ ਲਈ। ਕਈਆਂ ਨੂੰ ਪਰਮਾਤਮਾ ਨੇ ਬਹੁਤ ਸੋਹਣੀ ਆਵਾਜ਼ ਬਖਸ਼ੀ ਹੈ, ਕਈਆਂ ਨੂੰ ਪਾਤਸ਼ਾਹ ਨੇ ਇਹ ਰਸਨਾ ਇੰਨੀ ਮਿੱਠੀ ਨਹੀਂ ਦਿੱਤੀ ਕਿ ਉਹ ਗਾ ਸਕਣ। ਸੱਚੇ ਪਾਤਸ਼ਾਹ ਨੇ ਆਪਣੇ ਆਪ ਨੂੰ ਨਮਸਕਾਰ ਕੀਤਾ,
उस वेले एका माई जुगत ब्याई 3 चेले परवान। वो चेले तिन्ने नहीं सी। जै एक है एक एक भगवंता, सारे पासे इको एक सी। भागा वाला कर्मा वाला प्रीतम, कौन आचिंत किस लागै चिंता। नानक दुखिया सब संसार, सारी दुनिया ही दुखी है। कोई चिंता करता है विछड़ दी, कोई खुशी मनाउंदा है मिलण दी, पर कोई भी अचिंत अवस्था दे विच नहीं है। संसारी ते भगत दोने उहदे आसरे उत्ते चलदे हन, पर चिंता विच दोने नहीं हन। संसारी ते प्रभु दा प्यारा महा आनंद गृहस्थ जीवन दे विच प्राप्त करी बैठे हन। ਉਹਦੀ ਕਿਰਪा ਦਾ ਸ਼ੁਕਰਾਨਾ ਕਰਦੇ ਹਨ। ਉਸ ਵੇਲੇ ਦਾਤਾ ਮੇਰੇ ਪ੍ਰੀਤਮ ਪਿਆਰੇ, ਤੈਨੂੰ ਕੌਣ ਸੁਣਦਾ ਹੋਵੇਗਾ। ਹਰ ਕੋਈ ਕਹਿੰਦਾ ਤੂੰ ਉੱਚਾ, ਕਿੰਨਾ ਕੁ ਉੱਚਾ ਤੂੰ ਦਾਤਾ। ਬੇਅੰਤ, ਬਹੁ ਬੇਅੰਤ, ऊंच ते ऊंचा, कोई अंदाजा भी नहीं लगाया जा सकता तेरी उचाई का। हाँ, तू अपने आप उत्थे पहुँच सकता है, तैनू पौड़ियां की कोई लोड़ नहीं है। तेरा अपना कद ही एडा बड़ा है, तू जिथे जदों चाहे पहुँच सकता है। बेअंत है प्रीतम प्यारे, तेरा आकार बड़ा है, बहुत बड़ा है। जिथे सारे ये परिवार समेत सूरज ਦਾ ਸਾਰੇ ਦਾ ਸਾਰਾ ਪਰਿਵਾਰ ਬਿਨਾਂ ਥੰਮਾਂ ਤੋਂ ਟਿਕਾਇਆ ਹੋਇਆ ਹੈ ਤੇ ਹਰ ਕਿਸੇ ਨੂੰ ਆਕਾਰ ਦਿੱਤਾ ਹੋਇਆ ਹੈ। ਤਹਿ ਗੁਣ ਮੈਂ ਕੀਨੋ ਬਸਤਾਰ, ਉਹਨੇ ਆਪਣਾ ਬਸਤਾਰ ਇਹਨਾਂ ਤਿੰਨਾਂ ਰਾਹੀਂ ਕਰਵਾਇਆ ਹੋਇਆ ਹੈ। बहु बेअंत ऊंच ते ऊंचा, नानक आपस को आपे पहुँचा। वो अपने आप तक आप ही पहुँच सकता है। ਉਹਨੂੰ ਪੌੜੀ ਲਗਾਉਣ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਉਹਨੂੰ ਤੋਲਣ ਦੇ ਲਈ ਤੱਕੜੀ ਦੀ ਲੋੜ ਪੈਂਦੀ ਹੈ, ਨਾ ਹੀ ਉਹਨੂੰ ਸਮੇਂ ਦੀ ਲੋੜ ਪੈਂਦੀ ਹੈ। ਟਾਈਮਲੈਸ, ਨੀਡਲੈਸ, ਐਨਮੀਲੈਸ, ਫੀਅਰਲੈਸ। ਕਾਸ਼ ਉਹ ਕਿਰਪਾ ਕਰ ਦੇਵੇ ਸੰਸਾਰੀਆਂ ਉੱਤੇ, ਮਿਹਰ ਹੋ ਜਾਵੇ। ਗੁਰੂ ਪਿਆਰਿਓ, ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।